ਬਿਸਮਿल्लाहिर्रहमानिर्रहीम ਤੇ अस्सलाम वालेकुम। 27 ਅਕਤੂਬਰ ਪਾਕਿਸਤਾਨ ਦੇ ਵਿੱਚ ਪੀਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤੇ ਕਾਊਂਟਡਾਊਨ ਦੀ ਗੱਲ ਕਰ ਲਈਏ। 33 ਦਿਨ 33 ਡੇਜ਼ 33 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਦੀ ਰਿਟਾਇਰਮੈਂਟ ਤੇ ਦੂਜੇ ਆਰਮੀ ਚੀਫ ਦੇ ਆਉਣ 'ਚ, ਜਾਂ ਨਵੇਂ ਆਰਮੀ ਚੀਫ ਦੇ ਆਉਣ 'ਚ। ਹੁਣ ਚੱਲਦੇ ਹਾਂ ਜ਼ਰਾ ਅੱਜ ਦੀਆਂ ਅਹਿਮ ਖਬਰਾਂ ਵਾਲੇ ਪਾਸੇ। ਪਹਿਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਅਸੀਂ ਨੂਨ ਲੀਗ ਦੀਆਂ ਟਿਕਟਾਂ, ਹਾਂਜੀ, ਇਹ ਜਿਹੜੀਆਂ ਸੀਟਾਂ ਇਹਨਾਂ ਨੇ ਲੁੱਟਮਾਰ ਕੀਤੀ ਹੈ। ਪਾਕਿਸਤਾਨ ਤਹਿਰੀਕ ਇਨਸਾਫ ਦੇ ਜਿਹੜੇ MNAs ਨੇ ਉਹਨਾਂ ਨੂੰ ਸਜ਼ਾਵਾਂ ਸੁਣਾ ਕੇ ਉਹਨਾਂ ਨੂੰ ਨਾਅਹਿਲ ਕੀਤਾ ਅਤੇ ਉਹਦੀ ਪਾਰੋਂ ਹੁਣ ਇਹਨਾਂ ਨੇ ਆਪਣੇ ਬੰਦਿਆਂ ਨੂੰ ਜ਼ਾਹਿਰ ਹੈ ਟਿਕਟਾਂ ਦੇ ਕੇ ਉਤਾਰਨਾ ਸੀ। 27ਵੀਂ ਤਰਮੀਮ ਅਤੇ ਇੱਧਰ ਉੱਧਰ ਜੋ ਕੁਝ ਵੀ ਇਹਨਾਂ ਨੇ ਅੱਗੋਂ ਕਰਨਾ ਹੈ ਉਹਦੇ ਮਾਮਲਾਤ ਨੂੰ ਸਿੱਧੇ ਕਰਨ ਵਾਸਤੇ, ਜਾਂ ਇਹ ਇਲੈਕਸ਼ਨ ਤਾਂ ਕਰਵਾਉਣੇ ਹੀ ਪੈਣੇ ਨੇ ਕਿਉਂਕਿ ਉਹ ਸੀਟਾਂ ਜੋ ਖਾਲੀ ਕਰ ਲਈਆਂ ਨੇ, ਉਹਦੇ ਵਾਸਤੇ ਇਹਨਾਂ ਨੇ ਹੁਣ ਟਿਕਟਾਂ ਦੇਣ ਦਾ ਐਲਾਨ ਕੀਤਾ ਹੈ। ਅਤੇ ਉਹ ਟਿਕਟਾਂ ਕੀ ਨੇ? ਸਿੱਧੀ MNA-ਸ਼ਿਪ ਹੀ ਹੈ। ਉਹਦੀ ਮਤਲਬ ਹੈ ਕਿ ਫਾਰਮ 47 ਹੀ ਕੱਢਣਾ ਹੈ ਨਾ। ਹੋਰ ਤਾਂ ਇਸ ਵੇਲੇ ਇਹਨਾਂ ਨੂੰ ਹੁਣ ਕੋਈ ਹਯਾ ਵਗੈਰਾ ਤਾਂ ਰਹਿ ਨਹੀਂ ਗਿਆ। ਹੁਣ ਤਾਂ ਕੰਮ ਸਿੱਧਾ ਹੋ ਗਿਆ। ਹੁਣ ਇਹਨਾਂ ਨੇ ਤਾਂ ਘੁੰਡ ਛੱਡ ਕੇ ਇਹਨਾਂ ਨੇ ਤਾਂ ਤਹਿਮਦ ਹੀ ਚੁੱਕ ਲਈ ਹੈ, ਪਿੱਛੋਂ ਵੀ ਅਤੇ ਅੱਗੋਂ ਵੀ। ਮਤਲਬ ਇੱਕ ਤਾਂ ਹੁੰਦਾ ਨਾ ਵੀ ਘੁੰਡ ਲਾ ਲੈਣਾ ਨੱਚਦਿਆਂ, ਇਹਨਾਂ ਤਹਿਮਦ ਹੀ ਲਾ ਲਈ ਹੈ, ਪਿੱਛੋਂ ਵੀ ਅਤੇ ਅੱਗੋਂ ਵੀ। ਨੂਨ ਵਾਲਿਆਂ ਨੇ ਪਿੱਛੋਂ ਲਾਈ ਹੈ ਅਤੇ ਜਿਹੜੇ ਸਾਡੇ ਚੌਧਰੀ ਸਾਹਿਬ ਨੇ ਉਹਨਾਂ ਨੇ ਅੱਗੋਂ ਲਾਈ ਹੈ, ਅਤੇ ਬਸ ਤਹਿਮਦ ਲਾ ਕੇ ਅਤੇ ਹੁਣੇ ਨੰਗੇ ਭੰਗੜਾ ਪਾ ਰਹੇ ਨੇ। ਅਤੇ ਜਮਹੂਰੀਅਤ ਅਤੇ ਸਾਰੇ ਹੁਣ ਜਮਹੂਰੀਅਤ ਨੇ ਬਲਕਿ ਘੁੰਡ ਕੱਢਿਆ, ਸੁਪਰੀਮ ਕੋਰਟ ਨੇ ਘੁੰਡ ਕੱਢਿਆ, ਬਾਕੀ ਵਕੀਲਾਂ ਨੇ ਘੁੰਡ ਕੱਢਿਆ। ਇਹ ਹੁਣ ਅਲਫ ਨੰਗੇ ਜਿਹੜੇ ਨੇ ਇਹ ਸਾਰੇ ਧਮਾਲਾਂ ਪਾ ਰਹੇ ਨੇ ਅਤੇ ਬਸ ਰਹੇ ਰੱਬ ਦਾ ਨਾਂ ਇੱਥੇ, ਕਿਉਂਕਿ ਇਹਨਾਂ ਨੇ ਛੱਡਿਆ ਕੋਈ ਨਹੀਂ। ਪਰ ਅੱਗੇ ਜਿਹੜੀ ਗੱਲ ਤੁਹਾਨੂੰ ਦੱਸ ਦਈਏ ਕਿ ਇੱਕ ਤਾਂ ਇਹਨਾਂ ਨੇ ਮਰੂਸੀਅਤ ਜਿਹੜੀ ਕਿ ਆਪਣੀ ਅੰਨਾ ਵੰਡੇ ਰਿਓੜੀਆਂ ਮੁੜ ਆਪਣਿਆਂ ਨੂੰ, ਉਹ ਕੰਮ ਆਪਣਾ ਜਾਰੀ ਰੱਖਿਆ। ਇਹਨਾਂ ਨੇ ਆਪਣੇ ਪੁੱਤਰਾਂ ਭਰਾਵਾਂ ਨੂੰ ਜਿਹੜੀਆਂ ਉਹ ਟਿਕਟਾਂ ਦਿੱਤੀਆਂ ਨੇ। ਫੈਸਲਾਬਾਦ 'ਚ ਸ਼ੁਰੂ ਕਰੀਏ ਤੇ ਬਿਲਾਲ ਬਦਰ ਚੌਧਰੀ, ਇਹ ਜਿਹੜੇ ਮੌਜੂਦਾ ਤਲਾਲ ਚੌਧਰੀ ਸਾਹਿਬ ਵਕੀਲ ਨੇ, ਉਹਨਾਂ ਦੇ ਭਾਈ ਬਿਲਾਲ ਚੌਧਰੀ ਸਾਹਿਬ ਨੇ ਉਹਨਾਂ ਨੂੰ ਟਿਕਟ ਦਿੱਤਾ। ਵੈਸੇ ਅਗਰ ਇਸ ਟਿਕਟ 'ਤੇ ਮੇਰਾ ਤੁਸੀਂ ਮੰਨੋ ਤਾਂ ਠੀਕ ਹੈ, ਇਹ ਹੈ ਤਾਂ ਮਰੂਸੀ ਫੈਸਲਾ, ਲੇਕਿਨ ਇਹ ਕਦਰੇ ਬਿਹਤਰ ਫੈਸਲਾ ਹੈ। ਉਹਦੀ ਵਜ੍ਹਾ ਇਹ ਹੈ ਕਿ ਤਲਾਲ ਚੌਧਰੀ ਇਹਨਾਂ ਦੇ ਨਾਲ ਜੁੜਿਆ ਸੀ, ਉਹ ਇਹਨਾਂ ਦੀ ਵਜ੍ਹਾ ਤੋਂ ਨਾਅਹਿਲ ਵੀ ਹੋਇਆ, ਇਹਨਾਂ ਦੇ ਨਾਲ ਖਲੋਤਾ ਵੀ ਰਿਹਾ, ਲੇਕਿਨ ਇਹਨਾਂ ਨੇ ਉਹਨੂੰ ਟਿਕਟ ਨਹੀਂ ਸੀ ਦਿੱਤੀ ਅਤੇ ਇੱਕ ਲੋਟੇ ਨੂੰ, ਨਵਾਬ ਸ਼ੇਰ ਵਸੀਰ ਨੂੰ ਟਿਕਟ ਦਿੱਤੀ ਸੀ। ਅਤੇ ਇਹ ਚਲੋ ਇਹਨਾਂ ਨੇ ਨੂਨ ਲੀਗ ਵਾਲਿਆਂ ਨੇ ਕਮ ਅਜ਼ ਕਮ ਭਾਵੇਂ ਫਾਰਮ 47 ਹੀ ਨਿਕਲਣਾ ਹੈ, ਲੇਕਿਨ ਇਹ ਫੈਸਲਾ ਬਿਹਤਰ ਕੀਤਾ ਹੈ ਵੀ ਆਪਣੇ ਬੰਦੇ ਨੂੰ, ਹੁਣ ਉਹਨੂੰ ਕਿਉਂਕਿ ਵਜ਼ੀਰ ਬਣਾਇਆ, ਸੈਨੇਟਰ ਬਣਾਇਆ, ਤਾਂ ਉਹਨੇ ਕਿਹਾ ਜੀ ਮੈਨੂੰ ਫਿਰ ਟਿਕਟ ਦਿਓ, ਉਹਦੇ ਭਰਾ ਨੂੰ ਦੇ ਦਿੱਤੀ। ਹਾਂ, ਇੱਥੇ ਤਲਾਲ ਚੌਧਰੀ ਸਾਹਿਬ ਨੂੰ ਬਿਹਤਰ ਐਕਟ ਕਰਨਾ ਚਾਹੀਦਾ ਸੀ ਕਿ ਇੱਥੇ ਉਹ ਕਿਸੇ ਵਰਕਰ ਨੂੰ ਟਿਕਟ ਦਵਾਉਂਦੇ ਉੱਥੋਂ ਨੂਨ ਲੀਗ ਦੇ ਨੂੰ, ਆਪ ਨਾ ਲੈਂਦੇ ਕਿਉਂਕਿ ਆਪ ਉਹ ਸੈਨੇਟਰ ਬਣ ਚੁੱਕੇ ਸਨ। ਲੇਕਿਨ ਜਿਵੇਂ ਤਲਾਲ ਚੌਧਰੀ ਸਾਹਿਬ ਦੀ ਅਸੀਂ ਇਸ ਗੱਲ ਦੇ ਉੱਤੇ ਉਹਨਾਂ ਦਾ ਹੱਕ ਸਮਝਦੇ ਹਾਂ ਕਿ ਪੋਲੀਟੀਕਲ ਵਰਕਰ ਸਨ, ਜਿਹੋ ਜਿਹੇ ਵੀ ਸਨ ਇਹਨਾਂ ਦੇ ਨਾਲ ਸਨ। ਇਸੇ ਤਰ੍ਹਾਂ ਤਲਾਲ ਚੌਧਰੀ ਸਾਹਿਬ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਪੋਲੀਟੀਕਲ ਵਰਕਰ ਕਿਸੇ ਹੋਰ ਨੂੰ ਵੀ ਉਹਨਾਂ ਨੇ ਉਹਦਾ ਹੱਕ ਵੀ ਸਮਝਣਾ ਸੀ। ਲੇਕਿਨ ਅਨਫੋਰਚੂਨੇਟਲੀ ਅਸੀਂ ਆਪਣੇ ਪੋਲੀਟੀਕਲ ਰਾਈਟਸ 'ਤੇ ਮੰਗਦੇ ਹਾਂ, ਲੇਕਿਨ ਜਦੋਂ ਕਿਸੇ ਹੋਰ ਦੇ ਪੋਲੀਟੀਕਲ ਰਾਈਟਸ ਦੀ ਗੱਲ ਆਉਂਦੀ ਹੈ ਤਾਂ ਅਸੀਂ ਆਉਂਦੇ ਵੀ ਸਾਰਾ ਕੁਝ ਸਾਡੀ ਝੋਲੀ 'ਚ ਹੀ ਪਾ ਦਿਓ। ਅੱਛਾ ਜੀ, ਅੱਗੇ ਤੁਰੀਏ। ਅਗਲਾ ਜਿਹੜਾ ਇਹਨਾਂ ਨੇ ਫੈਸਲਾ ਉਹ ਬਹੁਤ ਹੀ ਇੰਟਰਸਟਿੰਗ ਹੈ। ਉਹ ਹੈਗਾ ਜੀ ਰਾਣਾ ਅਹਿਮਦ ਸ਼ਹਿਰੀਆਰ। ਹਾਂਜੀ, ਇਹ ਰਾਣਾ ਸਨਾਉੱਲਾ ਸਾਹਿਬ ਜਿਹੜੇ ਨੇ ਉਹਨਾਂ ਦੇ ਇਹ ਦਾਮਾਦ ਨੇ। ਇਹ ਪਹਿਲੀ ਵਾਰੀ ਮੇਰਾ ਖਿਆਲ MPA ਬਣਨਗੇ। ਇਹਨਾਂ ਨੂੰ ਵੀ ਹੁਣ ਉਤਾਰਿਆ ਜਨਾਬ ਰਾਣਾ ਅਹਿਮਦ ਸ਼ਹਿਰੀਆਰ ਸਾਹਿਬ ਨੂੰ ਇਹਨਾਂ ਨੇ ਟਿਕਟ ਦਿੱਤਾ। ਉਸ ਤੋਂ ਬਾਅਦ ਇਹਨਾਂ ਨੇ ਟਿਕਟ ਦਿੱਤਾ ਜਨਾਬ ਬਿਲਾਲ ਤਾਰੜ, ਇਹ ਉਹ ਡੰਟੋਨਕ ਸਾਹਿਬ ਦੇ ਭਾਈ ਨੇ, ਉਹਨਾਂ ਨੂੰ ਵੀ ਇਹਨਾਂ ਨੇ ਟਿਕਟ ਦਿੱਤਾ। ਉਹੀ ਘਰ ਦੇ ਵਿੱਚ, ਇਹ ਜ਼ਾਹਿਰ ਹੈ ਗੁਜਰਾਂਵਾਲੇ, ਮੰਡੀ ਬਹਾਉਦੀਨ, ਇਹਨਾਂ ਇਲਾਕਿਆਂ ਦੇ ਵਿੱਚ ਇਹ ਹਲਕਾ ਆਉਂਦਾ। ਫਿਰ ਫੈਸਲਾਬਾਦ ਦੇ ਰਾਜਾ ਦਾਨੀਆਲ ਰਿਆਜ਼, ਇਹ ਰਾਜਾ ਰਿਆਜ਼ ਸਾਹਿਬ ਜਿਹੜੇ ਲੋਟੇ ਹੋਏ ਸਨ ਸਾਡੇ ਨਾਲੋਂ, ਇਹ ਉਹਨਾਂ ਨੂੰ ਪਹਿਲਾਂ ਵੀ ਇਹਨਾਂ ਨੂੰ ਟਿਕਟ ਦਿੱਤਾ ਸੀ ਇਸੇ ਟੱਬਰ ਦੇ ਵਿੱਚ ਹੀ। ਇੱਥੇ ਰਾਣਾ ਮੁਹੰਮਦ ਅਫਜ਼ਲ ਅੱਛੇ ਸਿਆਸਤਦਾਨ ਸਨ, ਅੱਲਾ ਉਹਨਾਂ ਦੇ ਜੰਨਤ 'ਚ ਦਰਜਾਤ ਬੁਲੰਦ ਕਰੇ। ਅੱਛੇ ਮਤਲਬ ਮੈਂ ਕਾਇਦੇ ਆਜ਼ਮ ਤਾਂ ਨਹੀਂ ਉਹਨਾਂ ਨੂੰ ਕਹਿ ਰਿਹਾ, ਲੇਕਿਨ ਜੋ ਨੂਨ ਲੀਗ ਦੀ ਮੌਜੂਦਾ ਪੌਦ ਹੈ ਉਹਨਾਂ ਦੇ ਵਿੱਚੋਂ ਇੱਕ ਬਿਹਤਰ ਪ੍ਰਿੰਸੀਪਲਡ ਆਦਮੀ ਸਨ। ਉਹ ਉਹਨਾਂ ਦੇ ਉੱਤੇ ਕਰਪਸ਼ਨ ਦੇ ਉਸ ਤਰ੍ਹਾਂ ਦੇ ਇਲਜ਼ਾਮਾਤ ਨਹੀਂ, ਬਿਹਤਰ ਇਨਸਾਨ ਸਨ, ਅੱਲਾ ਉਹਨਾਂ ਦੇ ਦਰਜਾਤ ਜਿਹੜੇ ਉਹ ਬੁਲੰਦ ਕਰੇ। ਰਾਣਾ ਅਫਜ਼ਲ ਸਾਹਿਬ ਦੇ ਜਿਹੜੇ ਬੇਟੇ ਨੇ ਹਸਾਨ ਅਫਜ਼ਲ, ਉਹ ਵੀ ਮੈਨੂੰ ਵੈਸੇ ਤਾਂ ਜਾਪਦੇ ਬਿਹਤਰ ਹੀ ਨੇ ਨੂਨ ਦੀ ਮੌਜੂਦਾ ਲੋਟ ਦੇ ਵਿੱਚੋਂ, ਉਹ ਮੈਨੂੰ ਬਿਹਤਰ ਬੰਦਾ ਲੱਗਦਾ। ਲੇਕਿਨ ਕਈ ਵਾਰੀ ਉਹਦੀ ਜਦੋਂ ਮੈਂ ਗੱਲਬਾਤ ਵੇਖਣਾ, ਫਿਰ ਖਰਬੂਜ਼ੇ ਨੂੰ ਵੇਖ ਕੇ ਰੰਗ ਫੜਦਾ। ਕਈ ਵਾਰੀ ਗੱਲ ਉਹ ਭੈੜੀ ਕਰਦੇ ਨੇ, ਇਹੋ ਜਿਹੀ ਗੱਲ ਨਹੀਂ ਕਰਦੇ ਕਿ ਰਾਣਾ ਅਫਜ਼ਲ ਸਾਹਿਬ ਦੇ ਉਹ ਸਾਹਿਬਜ਼ਾਦੇ ਹੋਣ ਦਾ ਹੱਕ ਉੱਥੇ ਅਦਾ ਨਹੀਂ ਉਹ ਕਰ ਰਹੇ ਹੁੰਦੇ। ਲੇਕਿਨ ਚਲੋ ਉਹ ਉਹਨਾਂ ਦੀ ਅਜੇ ਪਹਿਲੀ ਵਾਰੀ ਹੈ ਕਹਿ ਲਓ, ਮੈਂ ਕਹਾਂਗਾ ਕਿ ਉਹਨਾਂ ਦੀ ਟ੍ਰੇਨਿੰਗ ਵੀ ਹੋ ਰਹੀ ਹੈ ਸਿਆਸਤ ਦੇ ਵਿੱਚ, ਅਤੇ ਉਹ ਚਲੋ ਉਸ ਗੱਲ ਨੂੰ ਛੱਡਦੇ ਨੇ। ਲੇਕਿਨ ਇੱਥੇ ਜ਼ਾਹਿਰ ਹੈ ਅਗਰ ਪੋਲੀਟੀਕਲ ਵਰਕਰ ਦੇ ਤੌਰ 'ਤੇ ਵੇਖਿਆ ਜਾਏ ਤਾਂ ਇੱਥੇ ਹੱਕ ਜਿਹੜਾ ਹੈ ਉਹ ਰਾਣਾ ਅਫਜ਼ਲ ਸਾਹਿਬ ਦੇ ਪੁੱਤਰ ਦਾ ਹੀ ਬਣਦਾ ਸੀ। ਹੁਣ ਤੁਸੀਂ ਕਹੋਗੇ ਕਿ ਤੁਸੀਂ ਇੱਥੇ ਮਰੂਸੀਅਤ ਨੂੰ ਖੁਦ ਕਰ ਰਹੇ ਹੋ ਬਈ, ਜਾਂ ਤਾਂ ਫਿਰ ਤੁਸੀਂ ਕਿਸੇ ਹੋਰ ਵਰਕਰ ਨੂੰ ਦਿੰਦੇ। ਮੈਂ ਤਾਂ ਮਰੂਸੀਅਤ ਦਾ ਕਿਸੇ ਵੇਲੇ ਵੀ
ਪ੍ਰਚਾਰ ਨਹੀਂ ਕਰਦਾ। ਮੈਂ ਤਾਂ ਕਹਿੰਦਾ ਵੀ ਮਿਡਲ ਕਲਾਸ ਨੂੰ ਅੱਗੇ ਲੈ ਕੇ ਆਓ, ਅਤੇ ਜਾਂ ਤਾਂ ਫਿਰ ਕਿਸੇ ਹੋਰ ਵਰਕਰ ਨੂੰ ਟਿਕਟ ਦਿੰਦੇ ਅਗਰ ਦੇਣੀ ਸੀ, ਅਤੇ ਵਰਕਰ ਨੂੰ ਵੀ ਨਹੀਂ ਦਿੱਤੀ। ਜਾਂ ਤੁਸੀਂ ਇੱਕ ਲੋਟੇ ਨੂੰ ਜਿਹੜੀ ਟਿਕਟ ਦਿੱਤੀ ਹੈ ਰਾਜਾ ਰਿਆਜ਼ ਸਾਹਿਬ ਨੂੰ, ਅਤੇ ਉਹਨਾਂ ਨੂੰ ਤੁਸੀਂ ਲਿਆ ਰਹੇ ਹੋ। ਅਤੇ ਇਹ ਨੂਨ ਲੀਗ ਨੇ ਜਨਾਬ ਆਪਣਾ ਕੰਮ ਜਿਹੜਾ ਉਹ ਜਾਰੀ ਰੱਖਿਆ। ਇਸੇ ਤਰੀਕੇ ਨਾਲ ਸਾਹੀਵਾਲ ਤੋਂ ਚੌਧਰੀ ਤਫੈਲ ਜੱਟ ਔਰ ਚੌਧਰੀ ਹਨੀਫ ਜੱਟ ਆਪਸ 'ਚ ਭਾਈ ਨੇ, ਉੱਥੇ ਟਿਕਟਾਂ ਦਿੱਤੀਆਂ ਨੇ। ਸਰਗੋਧੇ 'ਚ ਸੁਲਤਾਨ ਅਲੀ ਰਾਂਝਾ, ਇਹ ਸਾਬਕ ਵਜ਼ੀਰ ਮੀਆਂ ਮੁਨਾਜ਼ਰ ਰਾਂਝਾ ਦੇ ਬੇਟੇ, ਅਤੇ ਮੇਰਾ ਖਿਆਲ ਹੈ ਕਿ ਜਿਹੜੇ ਮੋਹਸਨ ਰਾਂਝਾ ਸਾਹਿਬ ਨੇ ਉਹਨਾਂ ਦੇ ਵੀ ਇੱਕ ਅਜ਼ੀਜ਼ ਲੱਗਦੇ ਨੇ। ਅੱਛਾ ਜੀ, ਫਿਰ ਸਾਬਕ ਵਜ਼ੀਰ ਅਖਤਰ ਨਵਾਜ਼ ਦੇ ਬੇਟੇ ਬਾਬਰ ਨਵਾਜ਼ ਨੂੰ ਵੀ ਮੁਸਲਿਮ ਲੀਗ ਨੇ ਟਿਕਟ ਦਿੱਤਾ। ਮਤਲਬ ਉਹੀ ਜਿਹੜੀ ਮਰੂਸੀ ਸਿਆਸਤ ਹੈ ਉਹ ਚੱਲ ਰਹੀ ਹੈ, ਔਰ ਨਾਲ ਲੋਟਾ ਸਿਆਸਤ ਵੀ ਚੱਲ ਰਹੀ ਹੈ। ਇਹ ਕੰਮ ਦੋਵੇਂ ਹੋ ਰਹੇ ਨੇ। ਉੱਥੇ ਆਜ਼ਾਦ ਕਸ਼ਮੀਰ ਦਾ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਉੱਥੇ 10 ਜਿਹੜੇ ਪਾਕਿਸਤਾਨ ਤਹਿਰੀਕੇ ਇਨਸਾਫ ਦੇ ਫਾਰਵਰਡ ਬਲਾਕ ਬਣਾਇਆ ਸੀ ਜਰਨੈਲਾਂ ਨੇ ਤੋੜ ਕੇ ਲੋਕਾਂ ਨੂੰ, ਉਹ 10 ਬੰਦੇ ਜਿਹੜੇ ਨੇ ਉਹ ਹੁਣ ਪੀਪਲਸ ਪਾਰਟੀ ਸ਼ਾਮਿਲ ਕਰਵਾਤੇ ਨੇ। 27 ਬੰਦੇ ਚਾਹੀਦੇ ਨੇ ਉੱਥੇ ਹਕੂਮਤ ਬਣਾਉਣ ਵਾਸਤੇ, 29 ਪੂਰੇ ਕਰ ਦਿੱਤੇ ਨੇ। ਉੱਥੇ ਵੀ ਹੁਣ ਜਿਹੜਾ ਵਜ਼ੀਰ ਆਜ਼ਮ ਬਦਲ ਜਾਏਗਾ ਔਰ ਵਜ਼ੀਰ ਆਜ਼ਮ ਲਿਆਉਣਗੇ ਪੀਪਲਸ ਪਾਰਟੀ ਦਾ। ਅਤੇ ਨਾਲ 45 ਅਰਬ ਜਿਹੜਾ ਤਰੱਕੀਆਤੀ ਬਜਟ ਪਹਿਲਾਂ ਦਿੱਤਾ ਸੀ, 11 ਅਰਬ ਹੁਣ ਨਵਾਂ ਦੇ ਦਿੱਤਾ। ਅਤੇ ਮਤਲਬ ਫਿਰ ਅਗਰ ਇਹ ਦੋਵੇਂ ਇਕੱਠੇ ਕਰੀਏ ਤਾਂ 56 ਅਰਬ, ਅਤੇ ਲੱਗੀਆਂ ਨੇ ਮੌਜਾਂ ਹੁਣ ਲਾਈ ਰੱਖੀ ਸੋਹਣਿਆ। 56 ਅਰਬ ਦਾ ਕੋਈ 50% ਆਪੇ ਕਰ ਲਓ, ਇਹ 40 ਕਰ ਲਓ, ਅਤੇ ਇਹ ਅਗਰ ਤੁਸੀਂ ਇਹਦਾ ਤਕਰੀਬਨ ਤੁਸੀਂ ਹਿਸਾਬ ਲਾਓ ਤਾਂ ਕੋਈ 20 22 23 ਅਰਬ ਰੁਪਈਆ ਖਾਧੇ ਜਾਣ ਦਾ ਇੱਥੇ ਬੜਾ ਸੰਗੀਨ ਚਾਂਸ ਹੈ। ਅਤੇ ਬਸ ਫਿਰ ਜਦੋਂ ਤੁਸੀਂ ਹਾਰਸ ਟਰੇਡਿੰਗ ਕਰਨੀ ਹੈ, ਮਤਲਬ ਵੈਸੇ ਹੈ ਤਾਂ ਡੋਂਕੀ ਟਰੇਡਿੰਗ ਹੈ, ਖੋਤੇ ਹੀ ਖਰੀਦਦੇ ਨੇ, ਹਾਰਸ ਵਾਲੀ ਗੱਲ ਤਾਂ ਹੈ ਕੋਈ ਨਹੀਂ, ਲੇਕਿਨ ਬਾਹਰ ਜਦੋਂ ਤੁਸੀਂ ਇਹ ਕਰਨਾ ਤਾਂ ਫਿਰ ਅਰਬਾਂ ਰੁਪਈਆ ਤੇ ਖਰਚ ਆਉਣਾ। ਅਤੇ ਇਹ ਆਜ਼ਾਦ ਕਸ਼ਮੀਰ 'ਚ ਵੀ ਇਹੀ ਕੰਮ ਕਰ ਰਹੇ ਨੇ ਨੂਨ ਲੀਗ ਵਾਲਿਆਂ ਨੇ, ਪੰਜਾਬ 'ਚ ਵੀ ਜ਼ਾਹਿਰ ਹੈ ਇਹੋ ਜਿਹਾ ਹੀ ਕੰਮ ਆਪਣੀਆਂ ਟਿਕਟਾਂ ਦਿੰਦਿਆਂ ਹੋਇਆਂ ਕੀਤਾ। ਰਾਣਾ ਹਸਾਨ ਅਫਜ਼ਲ ਸਾਹਿਬ ਨੇ ਬੜਾ ਇੱਕ ਸੰਘਣਾ ਜਿਹਾ ਟਵੀਟ ਲਿਖਿਆ, ਬੜੀ ਉਹਨਾਂ ਨੇ ਡੈਂਸ ਕਿਸਮ ਦੀ ਇੰਟਲੈਕਚੁਅਲ ਕਮੈਂਟਰੀ ਕੀਤੀ ਹੈ। ਮੈਂ ਉਹਨਾਂ ਨੂੰ ਇਹ ਅਰਜ਼ ਕੀਤੀ ਕਿ ਭਰਾ ਮੇਰਿਆ, ਸਿੱਧੀ ਗੱਲ ਕਰ, ਪਲੇਨ ਅੰਗਰੇਜ਼ੀ, ਇਹ ਵੀ ਬੜੀ ਗੱਲ ਹੈ ਵੀ ਅੰਗਰੇਜ਼ੀ ਦੇ ਵਿੱਚ ਮਰੀਮ ਨਵਾਜ਼ ਸਾਹਿਬਾ ਨੂੰ ਸਮਝ ਆ ਜਾਏਗੀ। ਵੈਸੇ ਤਾਂ ਕੋਈ ਪੰਜਾਬੀ ਉਰਦੂ 'ਚ ਗੱਲ ਕਰ ਤੇ ਸ਼ਾਇਦ ਸਮਝ ਆ ਜਾਏ ਉਹਨਾਂ ਨੂੰ ਉਰਦੂ 'ਚ, ਲੇਕਿਨ ਚਲੋ ਅਗਰ ਤੁਸੀਂ ਕਰਨੀ ਵੀ ਹੈ ਤਾਂ ਫਿਰ ਅੰਗਰੇਜ਼ੀ 'ਚ ਵੀ ਸਿੱਧੀ ਗੱਲ ਕਰੋ ਤਾਂ ਕਿ ਕੋਈ ਮਰੀਮ ਔਰੰਗਜ਼ੇਬ ਜਾਂ ਲਾਗੋਂ ਉਹਨਾਂ ਨੂੰ ਤਰਜਮਾ ਕਰ ਦੇ ਅਤੇ ਮਰੀਮ ਸਾਹਿਬਾ ਨੂੰ ਸਮਝ ਆ ਜਾਏ। ਸਿੱਧੀ ਗੱਲ ਹੈ ਵੀ ਤੁਹਾਨੂੰ ਉਹਨਾਂ ਨੇ ਟਿਕਟ ਨਹੀਂ ਦਿੱਤੀ, ਔਰ ਮੈਂ ਤਾਂ ਪਹਿਲਾਂ ਕਿਹਾ ਵੀ ਇਹਨਾਂ ਸਾਰਿਆਂ ਦੀ ਨਿਸਬਤ ਤੁਹਾਡਾ ਹੱਕ ਬਣਦਾ ਸੀ, ਲੇਕਿਨ ਤੁਹਾਨੂੰ ਇਹਨਾਂ ਟਿਕਟ ਨਹੀਂ ਦਿੱਤੀ ਅਤੇ ਤੁਸੀਂ ਹੁਣ ਜ਼ਾਹਿਰ ਇਹਨਾਂ ਦੇ ਨਾਲ ਹੀ ਰਹਿਣਾ, ਤੁਹਾਡੇ ਕੋਲ ਵੀ ਆਪਸ਼ਨ ਕੋਈ ਨਹੀਂ। ਤੁਸੀਂ ਕਿਹੜਾ ਭਗਤ ਸਿੰਘ ਹੋ ਵੀ ਉੱਠ ਕੇ ਖਲੋ ਜਾਣਾ। ਅਤੇ ਜਦੋਂ ਤੁਸੀਂ ਇਸੇ ਤਨਖਾਹ 'ਤੇ ਕੰਮ ਕਰਨਾ ਵੀਰ ਮੇਰਿਆ, ਅਤੇ ਗੁੱਸਾ ਤੁਹਾਨੂੰ ਮੇਰੀ ਗੱਲ ਦਾ ਲੱਗਣਾ ਵੀ ਜਦੋਂ ਆਪਾਂ ਜਿੱਥੇ ਕਹਿਣਾ ਜੀ ਉੱਥੋਂ ਲੈਣਾ ਕੀ, ਜਦੋਂ ਜਨਾਬ ਨੇ ਖਲੋਣਾ ਹੀ ਨਹੀਂ ਪੈਰਾਂ 'ਤੇ, ਅਤੇ ਫਿਰ ਐਵੇਂ ਹੀ ਐਡੇ ਲੰਮੇ ਟਵੀਟ ਕਰਕੇ ਸਾਨੂੰ ਕਿਉਂ ਬੌਦਰ ਕਰ ਰਹੇ ਹੋ, ਔਰ ਅਸੀਂ ਤਬਸਰਾ ਕਰ ਰਹੇ ਹਾਂ ਉੱਤੇ ਤੁਸੀਂ ਗੁੱਸਾ ਕਰਨਾ। ਆਪਣਾ ਤੁਰੇ ਰਹੋ, ਕਿਤੇ ਨਾ ਕਿਤੇ ਤਲਾਲ ਚੌਧਰੀ ਤਰ੍ਹਾਂ ਤੁਹਾਡਾ ਵਾਪਸ ਦਾ ਲੱਗ ਜਾਏਗਾ, ਅਤੇ ਲੱਗੇ ਰਹੋ ਇਹਦੇ ਵਿੱਚ। ਸਾਡੇ ਕਿਹੜਾ ਮੈਂ ਦੱਸਿਆ ਨਾ ਵੀ ਉਹ ਫੈਸਲਾਬਾਦੋਂ ਜਿਹੜਾ ਜੜ੍ਹਾਂ ਵਾਲੇ ਦੇ ਲਾਗੇ ਇਸੇ ਇਲਾਕੇ ਦੇ ਵਿੱਚੋਂ ਭਗਤ ਸਿੰਘ ਜਿਹੜਾ ਸੀ ਉਹ ਇੱਕੋ ਹੀ ਸੀ, ਉਹ ਜੰਮ ਬੈਠਾ ਅਤੇ ਹੁਣ ਉਹ ਅੰਗਰੇਜ਼ ਬਹਾਦਰ ਦੇ ਖਿਲਾਫ ਲੜ ਬੈਠਾ ਸੀ। ਉਹ ਕ੍ਰਾਂਤੀਕਾਰੀ ਸੀ, ਫਰੀਡਮ ਫਾਈਟਰ ਸੀ। ਉਸ ਤੋਂ ਬਾਅਦ ਅਸੀਂ ਸਾਰੇ ਤਾਂ ਤੁਹਾਨੂੰ ਪਤਾ ਹੀ ਹੈ ਜੋ ਹਿਸਾਬ ਕਿਤਾਬ ਜਨਾਬ ਨੇ ਲਾਇਆ। ਅਤੇ ਐਵੇਂ ਏਡੇ ਭਗਤ ਸਿੰਘ ਵਾਲੇ ਜਿਹੜੇ ਨੇ ਉਹ ਏਡੇ ਕ੍ਰਾਂਤੀਕਾਰੀ ਕਿਸਮ ਦੇ ਟਵੀਟ ਨਾ ਕਰੋ, ਮਿਹਰਬਾਨੀ ਕਰੋ, ਅਤੇ ਆਪਣਾ ਆਰਾਮ ਨਾਲ ਸਿਰ ਸੁੱਟ ਕੇ ਜਿਹੜੇ ਕੰਮ ਉਹਨਾਂ ਨੇ ਤੁਹਾਨੂੰ ਲਾਇਆ ਉਹ ਕਰਦੇ ਰਹੋ ਮੇਰਾ ਵੀਰ, ਅਤੇ ਤਾਂ ਕਿ ਕੰਮ ਅੱਗੇ ਵਧੇ। ਅੱਛਾ ਜੀ, ਪੰਜਾਬ ਦੇ ਵਿੱਚ ਰਾਣਾ ਸਨਾਉੱਲਾ ਨੇ ਕਿਹਾ ਵੀ ਕਿਉਂਕਿ ਕੋਈ ਕਾਨੂੰਨ ਨਾਂ ਦੀ ਸ਼ਾਇਦ ਪਾਕਿਸਤਾਨ 'ਚ ਰਹਿ ਨਹੀਂ ਗਈ। ਇਹ ਮੈਂ ਨਹੀਂ ਕਹਿਣ ਡਿਆ, ਇਹ ਮੌਜੂਦਾ ਹਕੂਮਤ ਦਾ ਮਸ਼ੀਰ ਕਹਿੰਦਾ ਹੈ ਵੀ ਕਾਨੂੰਨ ਦਾ ਸਿਸਟਮ ਬ੍ਰੇਕ ਹੋ ਗਿਆ, ਕੋਈ ਕਾਨੂੰਨ ਨਾਂ ਦੀ ਸ਼ੈ ਨਹੀਂ ਰਹਿ ਗਈ। ਇਸ ਲਈ CCD ਜਿਹੜੇ ਬੰਦੇ ਸ਼ੰਦੇ ਮਾਰ ਰਹੀ ਠੀਕ ਕਰ ਰਹੀ ਹੈ, ਔਰ ਲੋਕੀ ਬੜਾ ਪਸੰਦ ਕਰ ਰਹੇ ਨੇ। ਰਾਣਾ ਸਾਹਿਬ ਨੇ ਗੱਲ ਨਹੀਂ ਕਹਿਣੀ ਤੇ ਕਿਹਨੇ ਕਹਿਣੀ ਹੈ? ਚੇਤਾ ਨਹੀਂ ਤੁਹਾਨੂੰ ਕਿ ਮਾਡਲ ਟਾਊਨ ਦੇ ਵਿੱਚ ਉੱਥੇ ਜਿਹੜੇ ਬੰਦੇ ਦਰਜਨ ਦੇ ਕਰੀਬ ਇਹਨਾਂ ਨੇ ਮਾਰ ਛੱਡੇ ਸਨ, ਉਹ ਬੰਦੇ ਰਾਣਾ ਸਾਹਿਬ ਦੇ ਉੱਤੇ ਹੀ ਜ਼ਾਹਿਰ ਹੈ ਉਹਦਾ ਕੇਸ ਬਣਿਆ ਸੀ। ਅਗਰ ਰਾਣਾ ਸਾਹਿਬ ਨੂੰ ਉਹਦੇ 'ਚ ਸਜ਼ਾ ਹੋ ਜਾਂਦੀ ਅਤੇ ਅੱਜ ਇਹ ਸਾਰੇ ਕੰਮ ਨਾ ਹੋ ਰਹੇ ਹੁੰਦੇ ਜਿਹੜੇ CCD ਕਰ ਰਹੀ ਹੈ। ਉਦੋਂ ਨਾ ਪੁਲਿਸ ਵਾਲਿਆਂ ਨੂੰ ਪੁੱਛ ਪ੍ਰਤੀਤ ਹੋਈ, ਨਾ ਰਾਣਾ ਸਾਹਿਬ ਨੂੰ, ਅਤੇ ਨਾ ਹੀ ਸ਼ਹਿਬਾਜ਼ ਸ਼ਰੀਫ ਨੂੰ, ਅਤੇ ਅੱਜ ਅਗਲੇ ਹੋਰ ਮਾਰਨ ਡਏ ਨੇ। ਹੁਣ ਜਨਾਬ ਉਹ ਤੀਫੀ ਬੱਟ ਸਾਹਿਬ ਦਾ ਮਾਮਲਾ ਤੁਸੀਂ ਵੇਖਿਆ ਹੀ ਹੈ ਜਿਹੜਾ ਬਣਿਆ, ਜਿਸ ਤਰ੍ਹਾਂ ਉਹਦੇ ਵਿੱਚ ਆਖਣ ਡਏ ਨੇ ਲੋਕੀ ਵੀ ਪੈਸਾ ਚੱਲਿਆ ਬੜਾ ਸਾਰਾ, ਪੂਲ ਕਰਕੇ ਪੈਸਾ ਚੱਲਿਆ, ਬੜਾ ਲੰਮਾ ਚੌੜਾ ਪੈਸਾ ਦੇ ਕੇ ਅਤੇ ਉਹਨਾਂ ਨੂੰ ਮਰਵਾਇਆ ਗਿਆ। ਬਹਰਹਾਲ ਇਹ ਤਾਂ ਹੁਣ ਰੱਬ ਦੀਆਂ ਰੱਬ ਹੀ ਜਾਣੇ, ਲੇਕਿਨ ਜਿਹੜਾ ਉਹਨਾਂ ਦਾ ਇਹ ਕਹਿਣਾ ਹੈ ਕਿ ਉੱਥੇ ਜਰਾਇਮ 'ਚ ਕਮੀ ਆਈ ਹੈ, ਇਹ ਮਰੀਮ ਸਾਹਿਬਾ ਵੀ ਕਹਿੰਦੀਆਂ ਨੇ ਜਰਾਇਮ 'ਚ ਕਮੀ ਆਈ ਹੈ, ਰਾਣਾ ਸਨਾਉੱਲਾ ਵੀ ਕਹਿੰਦਾ, ਲੇਕਿਨ ਹਕਾਇਕ ਕੁਛ ਹੋਰ ਕਹਿੰਦੇ ਨੇ। ਔਰ ਇਹ ਅਸੀਂ ਨਹੀਂ ਕਹਿ ਰਹੇ, ਅਸੀਂ ਤਾਂ ਜ਼ਾਹਿਰ ਹੈ ਮੁਖਾਲਫ ਗੱਲ ਕਰਨੀ ਹੈ, ਲੇਕਿਨ Jio TV ਦੇ ਸ਼ਹਿਜ਼ਾਦ ਇਕਬਾਲ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ, Jio Pro PMLN ਚੈਨਲ ਸਮਝਿਆ ਜਾਂਦਾ, ਉਹਦੇ ਵਿੱਚ ਅਗਲਿਆਂ ਨੇ ਇਹਨਾਂ ਨੂੰ ਇਹ ਦੱਸਿਆ ਹੈ ਕਿ 2024 'ਚ 46%, 2024 ਦੇ ਵਿੱਚ 46% ਜਰਾਇਮ ਵਧੇ। ਮਰੀਮ ਸਾਹਿਬਾ ਦੇ ਪਹਿਲਾ ਸਾਲ ਸੀ ਹਕੂਮਤ ਦਾ। 2025 ਦੇ ਵਿੱਚ ਕਿਉਂਕਿ ਚੱਲ ਰਿਹਾ ਅਜੇ ਤੱਕ, ਅਤੇ ਕੋਈ 11-12% ਜਰਾਇਮ ਜਿਹੜੇ ਨੇ ਇਹਦੇ 'ਚ ਵੀ ਇਜ਼ਾਫਾ ਹੋਇਆ। ਇਹਦੇ ਵਿੱਚ ਅਗਰ ਓਵਰਆਲ ਜਰਾਇਮ ਦੇਖੋ ਤਾਂ 11-12% ਦਾ ਇਜ਼ਾਫਾ ਹੋਇਆ। 2025 ਦੇ ਜਿਹੜੇ ਪਹਿਲੇ 7-8 ਮਹੀਨਿਆਂ ਦਾ ਡਾਟਾ ਹੈ। ਗੈਂਗ ਰੇਪ ਜਿਹੜਾ ਉਹਦੇ 51% ਇਜ਼ਾਫਾ ਹੋਇਆ। ਕਤਲ ਇਕਦਾਮੇ ਕਤਲ ਦੇ ਵਿੱਚ 5% ਇਜ਼ਾਫਾ ਹੋਇਆ। ਅਗਵਾ ਬਰਾਏ ਤਾਵਾਨ ਦੇ ਵਿੱਚ 20% ਇਜ਼ਾਫਾ ਹੋਇਆ। ਅਤੇ ਤੁਸੀਂ ਆਪ ਹਿਸਾਬ ਲਾ ਲਓ ਓਵਰਆਲ ਜਿਹੜਾ,
ਉਹ ਪੰਜਾਬ ਦੇ ਵਿੱਚ ਕ੍ਰਾਈਮ ਵੱਧ ਰਿਹਾ। ਔਰ ਪਿਛਲਾ ਸਾਲ ਜਿਹੜਾ ਮੁਕੰਮਲ ਡਾਟਾ ਉਹਦਾ ਉਹ 46% ਇਜ਼ਾਫਾ ਹੋਇਆ। ਇਹ ਅਗਰ ਅਸਲ ਡਾਟਾ ਤੁਸੀਂ ਕੱਢੋਗੇ ਨਾ ਜਰਾਇਮ ਦਾ, ਤੇ ਇਹ ਸ਼ਾਇਦ 100% ਇਜ਼ਾਫਾ ਹੋਇਆ ਹੋਣਾ ਜਰਾਇਮ ਦੇ ਵਿੱਚ, ਜੋ ਲੋਕਾਂ ਦੇ ਇਸ ਵੇਲੇ ਹਾਲਾਤ ਨੇ। ਤੇ ਜਿਵੇਂ ਲੋਕੀ ਵੀ ਹਲਕੇ ਹੋਏ ਫਿਰਦੇ ਨੇ, ਮਤਲਬ ਜਿਹੜੇ ਜਰਾਇਮ ਪੇਸ਼ਾ ਨੇ ਉਹ ਵੀ ਹਲਕੇ ਹੋਏ ਫਿਰਦੇ ਨੇ, ਕਿਉਂਕਿ ਉਹਨਾਂ 'ਤੇ ਵੀ ਟਾਈਟ ਹੋਇਆ ਕੰਮ, ਇਨਫਲੇਸ਼ਨ ਉਹਨਾਂ ਨੂੰ ਵੀ ਅਸਰ ਕਰਦੀ ਹੈ। ਮਤਲਬ ਹੁਣ ਹਾਲਤ ਇਹ ਹੈ ਕਿ ਅਜੇ ਸਾਨੂੰ ਫੀਲਡ ਮਾਰਸ਼ਲ ਸਾਹਿਬ ਥੋੜ੍ਹੀ ਚਿਰ ਪਹਿਲਾਂ ਦੱਸਦੇ ਸਨ, ਕੋਈ ਬਹੁਤੀ ਚਰੋਕਣੀ ਗੱਲ ਨਹੀਂ ਹੈ, ਥੋੜ੍ਹੇ ਜਿਹੇ ਦਿਨ ਪਹਿਲਾਂ ਦੀ ਗੱਲ ਹੈ ਕਿ ਉਹਨਾਂ ਨੇ ਦੱਸਿਆ ਸੀ, ਫੀਲਡ ਮਾਰਸ਼ਲ ਮੈਂ ਗਲਤੀ ਨਾਲ ਕਹਿ ਦਿੱਤਾ, DGISPR ਸਾਹਿਬ ਜਿੱਦਣ ਪਿਸ਼ਾਵਰ ਗਏ ਨੇ, ਉਹਨਾਂ ਨਕਸ਼ਾ ਵਿਖਾਇਆ ਕਿ ਖੈਬਰ ਪਖਤੂਨਖਵਾ ਔਰ ਬਲੋਚਿਸਤਾਨ ਇੱਥੇ ਦਹਿਸ਼ਤਗਰਦੀ ਹੁੰਦੀ ਹੈ, ਕਿਉਂਕਿ ਇੱਥੇ ਗਵਰਨੈਂਸ ਦੇ ਇਸ਼ੂ ਨੇ। ਅੱਛਾ, ਭੁੱਲ ਗਏ ਵੀ ਬਲੋਚਿਸਤਾਨ 'ਚ ਤੇ ਤੁਹਾਡੀ ਆਪਣੀ ਹੀ ਹਕੂਮਤ ਹੈ। ਬਹਰਹਾਲ ਕਿਉਂਕਿ ਉਹਨਾਂ ਨੇ ਲਤਾੜਨਾ ਖੈਬਰ ਪਖਤੂਨਖਵਾ ਨੂੰ ਸੀ, ਅਤੇ ਧਮਕੀਆਂ ਸ਼ਮਕੀਆਂ ਲਾਉਣੀਆਂ ਸੀ ਕਿ ਸੁਹੇਲ ਅਫਰੀਦੀ ਨੂੰ ਅਸੀਂ CM ਨਹੀਂ ਬਣ ਦੇਣਾ, ਅਤੇ ਉਹਨਾਂ ਨੇ ਧਮਕੀਆਂ ਇੱਧਰ ਲਾਉਣੀਆਂ ਸੀ, ਅਤੇ ਉਹਨਾਂ ਨੇ ਉਧਰ ਵੀ ਦਿੱਤੀਆਂ ਨਾਲ ਬਲੋਚਿਸਤਾਨ ਵੀ। ਖੈਰ ਬਾਅਦ ਦੇ ਵਿੱਚ ਉਹਨਾਂ ਦੀ ਬੜੀ ਛਾਣ ਫਟਕ ਹੋਈ ਇਸ ਗੱਲ 'ਤੇ ਸੋਸ਼ਲ ਮੀਡੀਆ 'ਤੇ ਵੀ, ਬਲੋਚਿਸਤਾਨ ਤੁਹਾਡੀ ਆਪਣੀ ਹਕੂਮਤ ਹੈ। ਖੈਰ ਚਲੋ ਉਹਨੂੰ ਤਾਂ ਛੱਡੋ, ਉਹਨਾਂ ਨੇ ਜਿਹੜੀ ਗ੍ਰੀਨ ਜਾਂ ਕਲੀਨ ਚਿੱਟ ਦਿੱਤੀ ਸਿੰਧ ਨੂੰ ਅਤੇ ਪੰਜਾਬ ਨੂੰ, ਉਹਨਾਂ ਆਖਿਆ ਇੱਥੇ ਬੱਲੇ 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 ਇੱਥੇ ਗਵਰਨੈਂਸ ਬੜੀ ਹੈ। ਉੱਥੋਂ ਪ੍ਰੈਸ ਕਾਨਫਰੰਸ ਕਰਕੇ ਆਏ ਅਤੇ ਅੱਗੋਂ ਤਾਲਬਾਨ ਜਿਹੜੇ ਉਹ ਧਮਾਲਾਂ ਪਾ ਰਹੇ ਸਨ ਇੱਕ DG ਖਾਨ ਦੇ ਤੌਂਸਾ ਦੇ ਸਕੂਲ ਦੇ ਸਾਹਮਣੇ, ਉਹਨਾਂ ਉੱਥੇ ਕਬਜ਼ਾ ਕੀਤਾ ਸੀ। ਚਲੋ ਖੈਰ ਉਹਨੂੰ ਛੱਡੋ, ਇਹ ਆਖਣਗੇ ਉਹ ਬਾਰਡਰ 'ਤੇ ਹੈ, ਇਸ ਲਈ ਹੋਇਆ, ਮਤਲਬ KP ਔਰ ਪੰਜਾਬ ਦੇ ਬਾਰਡਰ 'ਤੇ। ਅੱਗੇ ਸੁਣ ਲਓ, ਰਹੀਮ ਯਾਰ ਖਾਨ ਤੋਂ ਅੱਗੇ ਜਿਹੜਾ ਕੱਚੇ ਦਾ ਇਲਾਕਾ ਹੈ, ਜਿੱਥੇ ਕੱਚੇ ਦੇ ਡਾਕੂ, ਇਹ ਅਕਸਰ ਲੋਕ ਸਮਝਦੇ ਨਹੀਂ ਕਿ ਕੱਚੇ ਦੇ ਡਾਕੂ ਕਿੱਥੇ ਨੇ। ਕਿ ਮੇਰੇ ਕੋਲੋਂ ਕੱਲ੍ਹ ਕੋਈ ਸਵਾਲ ਪੁੱਛ ਰਿਹਾ ਸੀ ਵੀ ਕੱਚੇ ਦਾ ਇਲਾਕਾ ਕੀ ਫੈਸਲਾਬਾਦ ਦੇ ਲਾਗੇ। ਹੁਣ ਜਿਹਨਾਂ ਨੂੰ ਪਤਾ ਹੱਸਣਗੇ, ਲੇਕਿਨ ਜਿਹਨਾਂ ਨੂੰ ਨਹੀਂ ਪਤਾ ਜ਼ਾਹਿਰ ਹੈ ਉਹਨਾਂ ਨੂੰ ਪਤਾ ਨਹੀਂ ਲੱਗਦਾ। ਅਤੇ ਐਕਸਪਲੇਨ ਕਰਦੇ ਹਾਂ ਕਿ ਜਦੋਂ ਲਾਹੌਰ ਤੋਂ ਤੁਸੀਂ ਮੁਲਤਾਨ ਜਾਂਦੇ ਹੋ, ਫਿਰ ਮੁਲਤਾਨ ਤੋਂ ਅੱਗੇ ਬਹਾਵਲਪੁਰ ਨੂੰ ਕ੍ਰੋਸ ਕਰਦੇ ਹੋ, ਫਿਰ ਅੱਗੇ ਤੁਸੀਂ ਰਹੀਮ ਯਾਰ ਖਾਨ ਨੂੰ ਕ੍ਰੋਸ ਕਰਦੇ ਹੋ। ਮਤਲਬ ਇਹ ਤੁਸੀਂ ਹਿਸਾਬ ਲਾ ਲਓ ਕਿ ਕੋਈ ਲਾਹੌਰ ਤੋਂ ਅਗਰ ਤੁਸੀਂ ਕਾਰ 'ਤੇ ਜਾ ਰਹੇ ਹੋ ਤਾਂ 7-8 ਘੰਟੇ ਤੋਂ ਬਾਅਦ ਜਾਂ 6-7 ਘੰਟੇ ਤੋਂ ਬਾਅਦ ਕਿਤੇ ਜਾ ਕੇ ਕੱਚੇ ਦਾ ਇਲਾਕਾ ਜਿਹੜਾ ਆਉਂਦਾ, ਉਹ ਪਹਿਲੇ ਮੁਲਤਾਨ ਕ੍ਰੋਸ ਕਰਨਾ ਹੈ, ਫਿਰ ਬਹਾਵਲਪੁਰ ਕ੍ਰੋਸ ਕਰਨਾ ਹੈ, ਫਿਰ ਰਹੀਮ ਯਾਰ ਖਾਨ, ਅਤੇ ਫਿਰ ਅੱਗੇ ਕੱਚੇ ਦਾ ਇਲਾਕਾ ਜਿਹੜਾ ਉਹ ਆਉਣਾ ਹੈ ਸਾਦਕਾਬਾਦ ਵਗੈਰਾ ਤੋਂ ਅੱਗੇ, ਜਦੋਂ ਸਿੰਧ ਵਾਲੇ ਪਾਸੇ ਨੂੰ ਤੁਸੀਂ ਵੜਨਾ ਹੈ। ਬਹਰਹਾਲ ਹੁਣ ਕੱਚੇ ਦੇ ਇਲਾਕੇ ਦੇ ਵਿੱਚ ਮਾਮਲਾ ਇਹ ਬਣਿਆ, ਜਿਹਦੇ ਬਾਰੇ DGISPR ਕਹਿੰਦੇ ਸਨ ਵੀ ਪੰਜਾਬ ਦੇ ਵਿੱਚ ਬਿਲਕੁਲ ਗਵਰਨੈਂਸ ਬੜੀ ਜ਼ਬਰਦਸਤ ਹੈ। ਰਾਤ ਨੂੰ ਮੋਟਰਵੇ ਦੇ ਉੱਤੇ ਬੱਸਾਂ ਔਰ ਗੱਡੀਆਂ ਨਹੀਂ ਚੱਲਦੀਆਂ, ਪੁਲਿਸ ਵਾਲੇ ਉਹਨਾਂ ਨੂੰ ਡੱਕ ਲੈਂਦੇ ਨੇ। ਇਹ ਸ਼ਾਮੀ 7 ਵਜੇ ਤੋਂ ਕੰਮ ਸ਼ੁਰੂ ਕਰਦੇ ਨੇ, ਸਵੇਰ 6 ਵਜੇ ਤੱਕ ਪੁਲਿਸ ਵਾਲੇ ਉਹਨਾਂ ਨੂੰ ਡੱਕਦੇ ਨੇ, ਡੱਕ ਕੇ ਕਾਫਲਾ ਬਣਾਉਂਦੇ ਨੇ, ਫਿਰ ਅੱਗੇ ਪਿੱਛੇ ਪੁਲਿਸ ਦੀਆਂ ਗੱਡੀਆਂ ਲੱਗਦੀਆਂ ਨੇ, ਅਤੇ ਫਿਰ ਉਹਨਾਂ ਨੂੰ ਉੱਥੋਂ ਨਗਾ ਕੇ ਆਉਂਦੇ ਨੇ। ਮਾਸ਼ਾਅੱਲਾ ਮਾਸ਼ਾਅੱਲਾ। ਇਹ ਸ਼ੇਰ ਬੱਗੇ ਜਿਹੜੇ ਨੇ, ਇਹ ਸਾਊਦੀ ਅਰਬ ਦੀ ਹਿਫਾਜ਼ਤ ਅਸੀਂ ਕਰਨੀ ਹੈ। ਟਰੰਪ ਨੂੰ ਵੀ ਅਸੀਂ ਦੱਸਿਆ ਵੀ ਉੱਥੇ ਫਲਸਤੀਨ ਵੀ ਫੌਜ ਅਸੀਂ ਘੱਲਾਂਗੇ। ਅਤੇ ਹਾਲਤ ਸਾਡੀ ਵੇਖੋ ਵੀ ਸਾਡਾ ਆਪਣਾ ਜਿਹੜਾ ਪੰਜਾਬ, ਜਿਹਦੀ ਗਵਰਨੈਂਸ ਬੜੀ ਅੱਛੀ ਹੈ, ਉੱਥੇ ਲੋਕ ਸੜਕ ਦੇ ਉੱਤੇ ਗੱਡੀ ਨਹੀਂ ਚਲਾ ਸਕਦੇ ਸ਼ਾਮੀ 7 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ। ਮੈਂ ਬਲੋਚਿਸਤਾਨ ਦੀ ਗੱਲ ਨਹੀਂ ਕਰਨ ਡਿਆ, ਮੈਂ ਪੰਜਾਬ ਦੀ ਗੱਲ ਕਰਨ ਡਿਆ। ਬਹਰਹਾਲ ਅੱਗੇ ਚੱਲਨੇ ਜੀ। ਮੁਰੀਦਕੇ ਦਾ ਜਿਹੜਾ ਆਪਰੇਸ਼ਨ ਹੈ, ਉੱਤੇ ਅਸੀਂ ਤਾਂ ਤੁਹਾਨੂੰ ਸਭ ਕੁਝ ਦੱਸ ਹੀ ਚੁੱਕੇ ਹਾਂ। ਜਿਹੜੀਆਂ ਗੱਲਾਂ ਅਸੀਂ ਦੱਸੀਆਂ ਨੇ ਜਾਂ ਡਰੋਪ ਸਾਈਟ ਨੇ ਅਮਰੀਕੀ ਜਰੀਦੇ ਨੇ ਦੱਸੀਆਂ ਸਨ, ਐਨ ਉਹੀ ਗੱਲਾਂ ਹੁਣ ਡੌਨ ਜਿਹੜਾ ਪਾਕਿਸਤਾਨ ਦਾ ਸਭ ਤੋਂ ਮੋਤਬਰ ਅੰਗਰੇਜ਼ੀ ਅਖਬਾਰ ਹੈ, ਉਹਨਾਂ ਵੀ ਖੋਲ੍ਹ ਕੇ ਹਰ ਸ਼ੈ ਉੱਥੇ ਦੱਸ ਦਿੱਤੀ ਹੈ। ਉਹਨਾਂ ਨੇ ਵੀ ਕਿਹਾ ਵੀ ਰਾਤੀ ਇਹ ਆਪਰੇਸ਼ਨ ਜਿਹੜਾ ਕੋਈ 3 ਵਜੇ ਸਵੇਰੇ ਸ਼ੁਰੂ ਹੋਇਆ, ਸਵੇਰੇ 7 ਵਜੇ ਇਹ ਚੱਲਦਾ ਰਿਹਾ। ਜਦੋਂ ਸ਼ਹਿਰੀ ਬਾਹਰ ਨਿਕਲੇ, ਉਹਨਾਂ ਨੇ 3 ਵਜੇ ਜਿਸ ਵੇਲੇ ਆਪਰੇਸ਼ਨ ਸ਼ੁਰੂ ਹੋਇਆ ਤਾਂ ਉੱਥੇ ਕੋਈ 5000 ਬੰਦਾ ਸੀ TLP ਦਾ। ਸਵੇਰੇ ਜਦੋਂ ਲੋਕ 7-7:30 ਵਜੇ ਤੋਂ ਬਾਅਦ ਡਰੇ ਖੌਫਜ਼ਦਾ ਬਾਹਰ ਨਿਕਲੇ ਨੇ, ਅਤੇ ਗਲੀਆਂ 'ਚ ਖੂਨ ਹੀ ਖੂਨ ਸੀ, ਅਤੇ ਗੋਲੀਆਂ ਦੇ ਖੋਲ ਸਨ, ਅਤੇ ਫਾਇਰਿੰਗ ਦੀ ਔਰ ਆਂਸੂ ਗੈਸ ਦੀ ਬੂ ਸੀ, ਬਾਰੂਦ ਦੀ ਬੂ ਸੀ। ਮਤਲਬ ਇੱਕ ਜੰਗ ਜਦਲ ਦਾ ਉੱਥੇ ਮਾਮਲਾ ਸੀ। ਨਾ ਉੱਥੇ ਕੋਈ ਜ਼ਖਮੀ ਪਿਆ ਸੀ, ਅਤੇ ਨਾ ਉੱਥੇ ਕੋਈ ਲਾਸ਼ ਪਈ ਸੀ। ਸਭ ਕੁਝ ਚੁੱਕ ਕੇ ਲੈ ਗਏ ਸਨ। ਅਤੇ ਇਹ ਡੌਨ ਨੇ ਹੁਣ ਦੱਸਿਆ, ਜ਼ਾਹਿਰ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਕਿੰਨੀ ਉੱਥੇ ਅਮਵਾਤ ਹੋਈਆਂ ਨੇ, ਲੇਕਿਨ ਸ਼ਹਿਰ ਜਿਹੜਾ ਹੈ ਉਹ ਇਸ ਵੇਲੇ ਵੀ ਸੂਰਤ ਹਾਲ ਜਿਹੜੀ ਬੜੀ ਖ਼ਰਾਬ ਹੈ। ਸ਼ਹਿਰ ਦੇ ਲੋਕ ਬੜੇ ਖੌਫਜ਼ਦਾ ਨੇ, ਕੋਈ ਗੱਲ ਕਰਨ ਨੂੰ ਤਿਆਰ ਨਹੀਂ। ਮਰਨ ਵਾਲਿਆਂ ਦੀ ਤਾਦਾਦ ਵਾਜ਼ੇ ਨਹੀਂ ਹੈ, ਲੇਕਿਨ ਇਹ 4 ਘੰਟੇ ਤਕਰੀਬਨ 3.5-4 ਘੰਟੇ ਉੱਥੇ ਜਿਹੜੀ ਹੈ ਉਹ ਗੋਲੀ ਚੱਲੀ ਹੈ ਸਿੱਧੀ। ਔਰ ਉਹ ਜਿਹੜਾ 5-6 ਹਜ਼ਾਰ ਬੰਦਾ ਰਾਤੀ ਸੀ ਸੁਬਹ, ਉੱਥੇ ਇੱਕ ਬੰਦੇ ਦਾ ਵੀ ਨਾਮੋ ਨਿਸ਼ਾਨ ਨਹੀਂ ਸੀ। ਉਹ ਕਿੱਧਰ ਗਏ ਨੇ ਸਾਰੇ, ਕਿਸੇ ਨੂੰ ਨਹੀਂ ਪਤਾ। ਅੱਗੋਂ ਐਹਸਨ ਇਕਬਾਲ ਸਾਹਿਬ ਨੇ ਕਿਹਾ ਵੀ ਜੇ 10 ਸਾਲ ਹੋਰ ਦੇ ਦਿੰਦੇ, ਜੇ 10 ਸਾਲ ਹੋਰ ਦੇ ਦਿੰਦੇ ਤੇ ਮਹਾਤੀਰ ਮੁਹੰਮਦ ਬਣ ਜਾਣਾ ਸੀ ਨਵਾਜ਼ ਸ਼ਰੀਫ ਸਾਹਿਬ ਨੇ। ਅੱਲਾਹ ਖੈਰ, ਅੱਲਾਹ ਖੈਰ, ਅੱਲਾਹ ਖੈਰ, ਅੱਲਾਹ ਖੈਰ। ਇਹ ਦੋਹਰੇ ਸੁਣੋ ਜ਼ਰਾ। ਅਗਰ 10 ਸਾਲ ਉਹ ਕਹਿੰਦੇ ਨੇ ਵੀ ਹੋਰ ਦੇ ਦਿੰਦੇ, ਤੇ ਨਵਾਜ਼ ਸ਼ਰੀਫ ਸਾਹਿਬ ਨੇ ਮਹਾਤੀਰ ਮੁਹੰਮਦ ਦਾ ਪਤਾ ਹੈ ਨਾ ਤੁਹਾਨੂੰ? ਤੁਨ ਡਾਕਟਰ, ਤੁਨ ਉੱਥੇ ਇੱਜ਼ਤ ਨਾਲ, ਰਿਸਪੈਕਟ ਨਾਲ ਟਾਈਟਲ ਹੈ, ਤੁਨ ਡਾਕਟਰ ਮਹਾਤੀਰ ਮੁਹੰਮਦ। ਇਹ ਮਲੇਸ਼ੀਆ ਦੇ ਸਭ ਤੋਂ ਲੰਬਾ ਸਰਵਿੰਗ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੇ, ਜਾਂ ਇਹ ਕਹੋ ਵੀ ਪੂਰੀ ਕੌਮ ਦੀ ਉਹਨਾਂ ਨੇ ਜਿਹੜੀ ਹਾਲਤ ਉਹਨਾਂ ਨੇ ਬਦਲੀ ਹੈ ਉੱਥੇ ਮਲੇਸ਼ੀਆ ਦੀ, ਔਰ ਉਹਨਾਂ ਦਾ ਬੜਾ ਨਾਂ ਹੈ, ਮਕਾਮ ਹੈ। ਇਹ ਕਹਿ ਰਹੇ ਨੇ ਕਿ ਅਗਰ ਨਵਾਜ਼ ਸ਼ਰੀਫ ਸਾਹਿਬ ਨੂੰ
10 ਸਾਲ ਦੇ ਦਿੰਦੇ ਤੇ ਉਹਨਾਂ ਨੇ ਮਾਂ ਤੀਰ ਬਣ ਜਾਣਾ ਸੀ। ਭਾਈ ਜੀ ਜੇ ਕਿਤੇ 20 ਕੁ ਲੱਭ ਜਾਂਦੇ ਤੇ ਫਿਰ ਉਹਨਾਂ ਨੇ ਕੀ ਬਣ ਜਾਣਾ ਸੀ? ਮੈਨੂੰ ਤਾਂ ਪਰੇਸ਼ਾਨੀ ਇਹ ਹੈ। ਫਿਰ ਤਾਂ ਕਿਤੇ ਉਹ ਕਾਇਦ ਆਜ਼ਮ ਹੀ ਨਾ ਬਣ ਜਾਂਦੇ। ਵੈਸੇ ਕਾਇਦ ਆਜ਼ਮ ਸਾਨੀ ਤੋਂ ਬਣੇ ਹੀ ਨੇ, ਲੇਕਿਨ ਮੈਂ ਆਨਾ ਵੀ ਗਲਤੀ ਨਾਲ ਕਿਤੇ 10 ਸਾਲ ਹੋਰ ਲੱਭ ਜਾਂਦੇ ਤੇ ਫਿਰ ਤੇ ਉਹ ਪਤਾ ਨਹੀਂ ਕਿੱਧਰ ਤੇ ਕਿੱਧਰ ਨੂੰ ਹੀ ਨਿਕਲ ਜਾਂਦੇ। ਤੇ ਇਹ ਮੇਰਾ ਮਤਲਬ ਕਹਿਣ ਦਾ ਹੈ ਕਿ ਇਹ ਮਤਲਬ ਹੁਣ ਮੈਂ ਕੀ ਆਖਾਂ, ਇਹਦੇ 'ਤੇ ਲਤੀਫਾ ਤਾਂ ਇੱਕ ਹੈ, ਲੇਕਿਨ ਉਹ ਥੋੜ੍ਹਾ ਜਿਹਾ ਫਿਰ ਇਹ ਫਿੱਟ ਨਹੀਂ ਹੁੰਦਾ ਇਸ ਜਗ੍ਹਾ 'ਤੇ। ਮਤਲਬ ਕਿ ਫਿੱਟ ਹੈ ਕਿ ਤੁਸੀਂ ਸਾਰਿਆਂ ਨੇ ਗੁੱਸੇ 'ਚ ਆ ਜਾਣਾ ਸੁਣ ਕੇ, ਇਸ ਲਈ ਮੈਨੂੰ ਅਵਾਇਡ ਹੀ ਕਰਦਾ। ਬਹਰਹਾਲ ਇਹ ਐਹਸਨ ਇਕਬਾਲ ਸਾਹਿਬ ਕੋਈ ਨਵੀਆਂ ਇਹੋ ਜਿਹੀਆਂ ਚਵਲਾਂ ਨਹੀਂ ਮਾਰਦੇ, ਮਾਜ਼ਰਤ ਨਾਲ ਅਕਸਰ ਮਾਰਦੇ ਨੇ, ਖੁੱਲੀਆਂ ਲੰਮੀਆਂ ਮਾਰਦੇ ਨੇ। ਔਰ ਇਹ ਉਹ ਸ਼ਖਸੀਅਤ ਨੇ, ਇਹ ਆਪਣੇ ਆਪ ਨੂੰ ਪ੍ਰੋਫੈਸਰ ਵੀ ਕਹਿੰਦੇ ਨੇ। ਜਿਵੇਂ ਪਿੰਡਾਂ ਦੇ ਵਿੱਚ ਲੋਕ ਆਪਣੇ ਆਪ ਨੂੰ ਆਪੇ ਹੀ ਚੌਧਰੀ ਵੀ ਕਹਿੰਦੇ ਨੇ, ਜਿਹਨਾਂ ਨੂੰ ਕੋਈ ਹੋਰ ਨਾ ਕਵੇ। ਇਹ ਆਪਣੇ ਆਪ ਨੂੰ ਆਪੇ ਹੀ ਪ੍ਰੋਫੈਸਰ ਕਹਿੰਦੇ ਨੇ। ਅਤੇ ਮਤਲਬ ਕੋਈ ਇਹਨਾਂ ਨੇ ਡਾਕਟਰੇਟ ਜਾਂ ਕੋਈ ਰਿਸਰਚ ਪੇਪਰਸ ਜਾਂ ਕੋਈ ਇਹਨਾਂ ਦੀ ਕਿਤੇ ਪ੍ਰੋਫੈਸਰੀ ਦੀ ਕੋਈ ਟ੍ਰੇਨਿੰਗ ਇਹੋ ਜਿਹੀ ਨਹੀਂ ਹੈ। ਪਾਕਿਸਤਾਨ ਕਿਸੇ ਪ੍ਰਾਈਵੇਟ ਯੂਨੀਵਰਸਿਟੀ 4 ਦਿਨ ਪੜ੍ਹਾ ਕੇ ਤੇ ਇਹ ਆਪਣੇ ਆਪ ਨੂੰ ਪ੍ਰੋਫੈਸਰ ਵੀ ਕਹਿੰਦੇ ਨੇ। ਲੇਕਿਨ ਚਲੋ ਆਖਣ ਦਿਓ। ਹਾਲਤ ਇਹਨਾਂ ਦੀ ਜਿਹੜੀ ਕੱਲ੍ਹ ਪਰਸੋਂ ਇਹਨਾਂ ਇੱਕ ਟਵੀਟ ਕੀਤਾ ਸੀ, ਉਹਦਾ SP ਸਾਹਿਬ ਦੇ ਸਾਈਕੈਟਰਿਸਟ ਨੇ ਉਹਨਾਂ ਦੀ ਸਾਰੀ ਗੱਲ ਹੀ ਖੋਲ੍ਹ ਦਿੱਤੀ। ਉਹ ਹਾਲਾਂਕਿ ਪੇਸ਼ੈਂਟ ਪ੍ਰਾਈਵੇਸੀ ਦੇ ਖਿਲਾਫ ਹੈ ਕੰਮ, ਲੇਕਿਨ ਇਹਨਾਂ ਨੇ ਜਨਾਬ ਆਖਿਆ ਵੀ ਇਹ ਤਾਂ ਬੜਾ ਚੰਗਾ ਕੰਮ ਕੀਤਾ। ਤਾਂ ਹਾਲਤ ਇਹਨਾਂ ਦੀ ਇਹ ਕਿ ਤਾਲੀਮ ਨੇ ਵੀ ਇਹਨਾਂ ਦਾ ਕੁਝ ਨਹੀਂ ਵਿਗਾੜਿਆ ਹੋਇਆ। ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਬਾਵਲ ਨਗਰ ਤੋਂ ਰੱਖਨੇ। ਔਰ ਖਬਰ ਇਹ ਹੈ ਕਿ ਬਾਵਲ ਨਗਰ ਦੇ ASI ਵਾਰਿਸ ਅਲੀ ਨੇ 1.5 ਕਰੋੜ ਦਾ ਡਾਕਾ ਮਾਰਿਆ। ਆਪਣੇ 2 ਪੁੱਤਰਾਂ ਨਾਲ ਰਲ ਕੇ ਉਹਨਾਂ ਨੇ 1.5 ਕਰੋੜ ਦਾ ਡਾਕਾ ਮਾਰਿਆ। ਹਾਂਜੀ, ਦਰੁਸਤ ਸੁਣ ਰਹੇ ਹੋ। ਮੈਂ ਜ਼ਰਾ ਆਪ ਹਿਸਾਬ ਲਾ ਲਓ ਵੀ ਜਿਹੜੇ ਤੁਹਾਡੇ ਮੁਹਾਫਿਜ਼ ਨੇ ਉਹ ਹੀ ਡਾਕੂ ਬਣੇ ਨੇ ਇਸ ਵੇਲੇ। ਅਤੇ ਖਬਰ ਇਹ ਆ ਰਹੀ ਹੈ ਵੀ ਉਹਨਾਂ ਨੇ 1.5 ਕਰੋੜ ਦਾ ਡਾਕਾ ਮਾਰਿਆ। ਹੁਣ ਇਹਨਾਂ ਦੇ ਨੇਫੇ 'ਚ ਪਿਸਤੌਲ ਵੀ ਨਹੀਂ ਚੱਲਣਾ, ਅਤੇ ਉਹ ਜਿਵੇਂ ਝਾਂਜਰ ਦੀ ਪਾਵਾਂ ਛਣਕਾਰ ਵਾਲੇ ਨੂੰ ਚੁੱਕ ਕੇ ਅੰਦਰ ਦੇ ਦਿੰਦੇ ਨੇ, ਇਹਨਾਂ ਨੇ ਦੇਖਣਾ ਟਾਕੀ ਟੁਕੀ ਲਾ ਕੇ ਇੰਝ ਹੀ ਛੱਡ ਦੇਣਾ। ਕੋਈ 1.5 ਕਰੋੜ ਦਾ ਡਾਕਾ ਹੈ, ਕੁਛ ਵੈਸੇ ਵੀ ਪੇਟੀ ਭਾਈ ਨੇ, ਕੋਈ 25 ਲੱਖ ਰੁਪਈਆ ਦੇ ਦੇਣਗੇ ਅਤੇ ਕੰਮ ਮੁੱਕ ਜਾਏਗਾ। ਇਹ ਜੇ ਬਾਜੀ ਦਾ ਅਤੇ ਹਾਫਿਜ਼ ਸਾਹਿਬ ਦਾ ਪਾਕਿਸਤਾਨ, ਜਿੱਥੇ ਹੁਣ ਲੋਕ ਜਿਹੜੇ ਨੇ ਉਹ ਵਿਚਾਰੇ ਫਸੇ ਨੇ ਕਿ ਅਸੀਂ ਕਿਸ ਤਰੀਕੇ ਦੇ ਨਾਲ ਪੂਰੇ ਆਉਣਾ। ਅੱਛਾ ਜੀ, ਖਬਰਾਂ ਹੋਰ ਵੀ ਸਨ, ਲੇਕਿਨ ਵੀਲਾਗ ਦਾ ਵੇਲਾ ਪੂਰਾ ਹੋ ਗਿਆ। ਅਗਰ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰਾਖਾ।